ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 143 ਦੇ ਉੱਪਰ ਅੰਕਿਤ ਮਾਝ ਰਾਗ ਦੀ 12ਵੀਂ ਪੌੜੀ ਦੇ ਨਾਲ ਅੰਕਿਤ ਨੇ 2 ਸ਼ਲੋਕ ਦੋਨੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਹਨ। ਆਓ ਸਿੱਖਣ ਦਾ ਯਤਨ ਕਰੀਏ ਜੀ। ਮਹੱਲਾ ਪਹਿਲਾ, ਸ਼ਲੋਕ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਹੈ। ਇਸ ਵਿੱਚ ਸਾਡੀ ਇੱਕ ਅਵਸਥਾ ਦਿੱਤੀ ਗਈ ਹੈ ਕਿ ਜਦੋਂ ਇੱਕ ਭੁਲੇਖਾ ਪੈ ਜਾਂਦਾ ਹੈ ਕਿ ਮੇਰਾ ਸੁਭਾਅ ਠੀਕ ਹੈ, ਮੇਰੀ ਸੋਚ ਠੀਕ ਹੈ। ਐਕਚੁਅਲੀ ਆਪਣੇ ਸੁਭਾਅ ਤੇ ਆਪਣੀ ਸੋਚ ਤੇ ਇੱਕ ਪਕੜ ਜੀ ਬਣ ਜਾਂਦੀ ਹੈ। ਇਹਨੂੰ ਲੱਗਦਾ ਹੈ ਕਿ ਇਹ ਸਭ ਕੁਝ ਪਰਫੈਕਟ ਹੈ, ਮੇਰਾ ਸੁਭਾਅ, ਮੇਰੀ ਸੋਚ। ਜਿਹੜਾ ਕੁਝ ਵੀ ਆਪਣੇ ਸੁਭਾਅ ਦੇ ਉਲਟ ਹੁੰਦਾ ਹੈ, ਚਾਹੇ ਉਹ ਚੰਗਾ ਹੋਵੇ, ਕਿਉਂਕਿ ਸੋਝੀ ਨਹੀਂ ਹੈ ਕਿ ਮੇਰੇ ਸੁਭਾਅ ਦੇ ਮੇਰੀ ਵਿਚਾਰਧਾਰਾ ਠੀਕ ਹੈ, ਜਾਂ ਉਹ ਜੋ ਦੱਸ ਰਿਹਾ ਉਹਦੀ ਵਿਚਾਰਧਾਰਾ ਠੀਕ ਹੈ, ਸੋਝੀ ਨਹੀਂ ਹੈ। ਪਰ ਉਹ ਆਪਣੀ ਸੁਭਾਅ ਦੀ ਪਕੜ ਹੋਣ ਕਰਕੇ ਉਹਨੂੰ ਘਟੀਆ ਜਿਹਾ ਮੰਨ ਲਏਗਾ, ਵਿਚਾਰ ਨੂੰ ਘਟੀਆ ਮੰਨਣ ਲੱਗ ਜਾਏਗਾ, ਕਹਿਣ ਵਾਲੇ ਨੂੰ ਘਟੀਆ ਮੰਨੇਗਾ, ਤਾਂ ਉਹਦੇ ਤੇ ਅਸਰ ਨਹੀਂ ਪਵੇਗਾ। ਉਹ ਜਿਹੜਾ ਅਹਮ ਭਾਵ ਹੈ, ਉੱਪਰ ਪਕੜ ਹੈ ਨਾ, ਇਹੀ ਸੰਸਕਾਰ ਨੇ, ਇਹੀ ਆਈਡੀਓਲੋਜੀ ਉਹਦੀ ਬਣ ਜਾਂਦੀ ਹੈ। ਉਹਦੀ ਵਿਚਾਰਧਾਰਾ, ਉਹਦਾ ਨਜ਼ਰੀਆ ਆਪਣੇ ਸੋਚ ਸੁਭਾਅ ਅਨੁਸਾਰ ਬਣ ਜਾਂਦਾ। ਉਹਦੇ ਤੇ ਫਿਰ ਅਸਰ ਨਹੀਂ ਪੈਂਦਾ। ਐਸੀਆਂ ਕੁਝ ਉਦਾਹਰਨਾਂ ਜੋ ਨਿੱਤ ਅਸੀਂ ਦੇਖਦੇ ਹਾਂ, ਕਿਉਂਕਿ ਗੁਰਬਾਣੀ ਨੇ ਸਿਖਾਉਣਾ ਹੈ ਕਿ ਇਹ ਧਰਤੀ ਧਰਮਸ਼ਾਲਾ ਹੈ। ਹਰ ਵਰਤਾਰੇ ਵਿੱਚੋਂ ਤੂੰ ਸਿੱਖਣਾ ਹੈ ਤੇ ਤੂੰ ਸਿੱਖ ਹੈ। ਆਹ ਗੁਰਬਾਣੀ ਦਾ ਬੜਾ ਕਮਾਲ ਦਾ ਕਨਸੈਪਟ ਹੈ। ਵਰਤਾਰੇ ਸਾਡੇ ਸਾਹਮਣੇ ਵਾਪਰਦੇ ਨੇ, ਆਓ ਸਿੱਖਣ ਦਾ ਯਤਨ ਕਰੀਏ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਸਮੁੰਦਰ ਦੇ ਕੋਲ ਪਾਣੀ ਦੀ ਡੂੰਘਾਈ ਹੈ। ਉਸ ਡੂੰਘਾਈ ਦਾ ਦੂਸਰਿਆਂ ਤੇ ਬੜਾ ਅਸਰ ਪੈਂਦਾ ਹੈ। ਬੰਦਾ ਅੰਦਰ ਜਾਣ ਤੋਂ ਡਰੇਗਾ ਵੀ ਡੂੰਘਾ ਹੈ। ਜੇ ਕੋਈ ਅੰਦਰ ਜਾ ਕੇ ਆਪਣਾ ਪ੍ਰਬੰਧ ਕਰ ਲਿਆ, ਉਹਨੇ ਆਕਸੀਜਨ ਵਗੈਰਾ ਦਾ ਪ੍ਰਬੰਧ ਕਰ ਲਿਆ, ਅੰਦਰ ਗਿਆ ਤੇ ਕਹੇਗਾ ਵਾਓ ਕਮਾਲ ਹੈ, ਅੰਦਰੋਂ ਬਹੁਤ ਕੁਝ ਦੇਖ ਕੇ ਆਇਆ। ਆਪਾਂ ਦੇਖਦੇ ਡਿਸਕਵਰੀ ਚੈਨਲ ਦੇ ਉੱਪਰ ਬਹੁਤ ਕੁਝ ਦਿਖਾਇਆ ਜਾਂਦਾ ਹੈ ਜੋ ਪਾਣੀ ਦੇ ਅੰਦਰ ਹੈ। ਪਰ ਜਿਹੜੀ ਮੱਛੀ ਹੈ, ਮੱਛੀ ਪਾਣੀ 'ਚ ਹੀ ਜਿਹੜੀਆਂ ਤਾਰੀਆਂ ਲਾਉਂਦੀ ਹੈ, ਪਾਣੀ 'ਚ ਹੀ ਉਹਦਾ ਜੀਵਨ ਹੈ। ਨਾ ਤਾਂ ਉਹਦੇ ਅੰਦਰ ਡਰ ਹੈ ਕਿ ਬਹੁਤ ਡੂੰਘਾ ਹੈ, ਤੇ ਨਾ ਹੀ ਉਹਦੇ ਤੇ ਕੋਈ ਬਹੁਤਾ ਪ੍ਰਭਾਵ ਹੈ ਕਿ ਇਹ ਉਸ ਦੇ ਡੂੰਘੇਪਣ ਦਾ। ਜਿਵੇਂ ਮੱਛੀ ਦੇ ਉੱਪਰ ਪਾਣੀ ਦੇ ਡੂੰਘੇਪਣ ਦਾ ਕੋਈ ਪ੍ਰਭਾਵ ਨਹੀਂ, ਨਾ ਉਸ ਨੂੰ ਉਹ ਹੈਰਾਨ ਕਰ ਰਿਹਾ, ਨਾ ਉਹਨੂੰ ਵਿਸਮਾਦਤਾ ਦੇ ਰਿਹਾ, ਨਾ ਉਹਨੂੰ ਭੈ ਦੇ ਰਿਹਾ। ਦੂਸਰੀ ਉਦਾਹਰਨ, ਪੰਖੀ ਕਿਆ ਆਕਾਸ਼। ਆਕਾਸ਼ ਜਿਹੜਾ ਬੜਾ ਗਹਿਰਾ ਹੈ, ਬੜੀ ਵਿਸਮਾਦਤਾ ਦਿੰਦਾ, ਕਮਾਲ ਹੈ ਬਈ, ਅੱਗੇ ਦੀ ਅੱਗੇ ਮੁੱਕਦਾ ਹੀ ਨਹੀਂ। ਸਾਇੰਸ ਲੱਭਦੀ ਪਈ ਹੈ, ਉਹ ਕਹਿੰਦੇ ਇਸ ਯੂਨੀਵਰਸ ਤੋਂ ਅੱਗੇ ਹੋਰ ਵੀ ਯੂਨੀਵਰਸ ਹੈ, ਉਹਨਾਂ ਦੀ ਪਕੜ 'ਚ ਹੀ ਨਹੀਂ ਆ ਰਿਹਾ, ਕਮਾਲ ਹੈ ਬਈ। ਪੰਛੀ ਜਿਹੜੇ ਨੇ ਉਹ ਆਕਾਸ਼ ਵਿੱਚ ਉਡਾਰੀਆਂ ਮਾਰਦੇ ਨੇ,
ਉਹ ਆਪਣੀ ਖੁਰਾਕ ਲਈ ਜਾਂਦੇ ਨੇ, ਉਹਨਾਂ ਦਾ ਆਪਣਾ ਮਕਸਦ ਹੈ, ਉਹਨਾਂ 'ਤੇ ਆਕਾਸ਼ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ। ਕਿ ਜੀ ਇਸੇ ਤਰ੍ਹਾਂ ਮਨਮੁਖ ਜਿਹੜਾ ਹੈ, ਉਹਨੂੰ ਆਪਣਾ ਸੁਭਾਅ ਹੀ, ਆਪਣੀ ਸੋਚ ਹੀ ਦਿਸਦੀ ਹੈ। ਉਹਨੂੰ ਜਦੋਂ ਗੁਰੂ ਦੇ ਉਪਦੇਸ਼ ਦੱਸੇ ਜਾਂਦੇ ਨੇ, ਉਹਨੂੰ ਲੱਗਦਾ ਹੈ ਮੇਰੇ ਸੁਭਾਅ ਦੇ ਫਿੱਟ ਨਹੀਂ ਆ ਰਹੇ, ਤਾਂ ਉਹਨੂੰ ਚੰਗੇ ਨਹੀਂ ਲੱਗਦੇ, ਉਲਟਾ ਕੌੜੇ ਲੱਗਦੇ ਨੇ। ਉਹਦੇ 'ਤੇ ਨਾ ਤਾਂ ਗੁਰੂ ਦੇ ਉਪਦੇਸ਼ਾਂ ਦੀ ਗਹਿਰਾਈ ਦਾ ਸਮਝ ਲੱਗੇ ਤੇ ਨਾ ਉਸ ਦੀ ਕਮਾਲ ਦੀ ਵਿਸਮਾਦਤਾ ਦਾ ਉਹਦੇ 'ਤੇ ਅਸਰ ਪਵੇ, ਕਿਉਂਕਿ ਉਹ ਤੇ ਆਪਣੇ ਸੁਭਾਅ ਵਿੱਚੋਂ, ਆਪਣੀ ਸੋਚ ਵਿੱਚੋਂ ਦੇਖਣਾ ਚਾਹੁੰਦਾ ਹੈ ਸਭ ਕੁਛ। ਅਗਲੀ ਉਦਾਹਰਣ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਪੱਥਰ ਜਿਹੜਾ ਹੈ ਨਾ, ਬਾਹਰ ਪਿਆ ਹੁੰਦਾ ਹੈ, ਨਾ ਉਹਦੇ 'ਤੇ ਕੋਈ ਗਰਮੀ, ਨਾ ਕੋਈ ਠੰਡ, ਉਹਨੂੰ ਕੋਈ ਬਹੁਤਾ ਅਸਰ ਨਹੀਂ ਪੈਂਦਾ। ਤੇ ਖੁਸਰਾ, ਆਮ ਮਨੁੱਖ ਸੋਚਦਾ ਮੇਰਾ ਘਰ ਪਰਿਵਾਰ ਬਣੇਗਾ, ਵਿਆਹ ਹੋਏਗਾ, ਪਤਨੀ ਆਏਗੀ, ਬੱਚੇ ਹੋਣਗੇ, ਘਰ-ਵਾਸ, ਘਰ-ਬਾਰ ਬਣਦਾ ਹੈ। ਤੇ ਖੁਸਰੇ ਦੇ ਅੰਦਰ ਇਹ ਚੀਜ਼ ਹੈ ਹੀ ਨਹੀਂ ਕਿ ਵਿਆਹ ਹੋਏਗਾ, ਬੱਚੇ ਹੋਣਗੇ, ਇਹ ਚੀਜ਼ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ ਇਹਨਾਂ ਗੱਲਾਂ ਦਾ। ਜਿਵੇਂ ਕੱਕਰ ਦਾ, ਪਾਲੇ ਦਾ ਪੱਥਰ 'ਤੇ ਅਸਰ ਨਹੀਂ ਪੈਂਦਾ, ਘਰ-ਬਾਰ ਬਣਨਾ ਹੈ, ਬੱਚੇ ਹੋਣਗੇ, ਪਰਿਵਾਰ ਹੋਏਗਾ, ਇਹਨਾਂ ਗੱਲਾਂ ਦਾ ਖੁਸਰੇ 'ਤੇ ਕੋਈ ਅਸਰ ਨਹੀਂ। ਇਸੇ ਤਰ੍ਹਾਂ ਗੁਰੂ ਦੀਆਂ ਸਿੱਖਿਆਵਾਂ ਦਾ, ਗੁਰੂ ਪਾਤਸ਼ਾਹ ਦੀ ਕਮਾਲ ਦੀ ਆਈਡੀਓਲੋਜੀ ਦਾ, ਗੁਰੂ ਸਾਹਿਬ ਦੇ ਨਜ਼ਰੀਏ ਦਾ, ਗੁਰਮਤਿ ਵਾਲੀ ਸੋਚ ਦਾ, ਮਨ ਦੇ ਪਿੱਛੇ ਤੁਰਨ ਵਾਲੇ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਤੀਸਰੀ ਪੰਕਤੀ ਵਿੱਚ ਹੋਰ ਉਦਾਹਰਨ ਦਿੱਤੀ ਗਈ, ਕੁੱਤੇ ਚੰਦਨ ਲਾਈਐ ਭੀਸੋ ਕੁੱਤੀ ਧਾਤ। ਕੁੱਤਾ, ਅਗਰ ਉਹਨੂੰ ਚੰਦਨ ਲਾ ਦਿੱਤਾ ਜਾਵੇ ਤਾਂ ਇਹ ਨਹੀਂ ਹੈ ਕਿ ਉਹਦੀਆਂ ਆਦਤਾਂ ਬਦਲ ਜਾਣਗੀਆਂ। ਉਹਦੇ ਅੰਦਰ ਕੁੱਤੀ ਧਾਤ ਦੇ ਅਰਥ ਹੈ ਕੁੱਤਾਪਣ ਹੀ ਰਹੇਗਾ, ਉਹਦੀਆਂ ਆਦਤਾਂ ਉਹੀ ਜਾਨਵਰ ਵਾਲੀਆਂ ਹੀ ਰਹਿਣਗੀਆਂ। ਇਸੇ ਤਰ੍ਹਾਂ ਲੱਖ ਚਾਹੇ ਉਹ ਚੰਗੇ ਮਾਹੌਲ ਵਿੱਚ ਮਨਮੁਖ ਜਿਹੜਾ ਬੈਠਦਾ ਹੈ, ਸੁਣਦਾ ਹੈ ਗੁਰੂ ਦੇ ਬਚਨ, ਪਰ ਉਹਦੀਆਂ ਆਦਤਾਂ ਜਾਂਦੀਆਂ ਨੇ। ਕਿਉਂ? ਕਮਾਲ ਦੀਆਂ ਸਤਿਗੁਰਾਂ ਨੇ ਉਦਾਹਰਨਾਂ ਚੁਣੀਆਂ ਨੇ ਇੱਥੇ। ਅਗਲੀ ਉਦਾਹਰਨ ਦੇ ਰਹੇ ਨੇ, ਬੋਲਾ ਜੇ ਸਮਝਾਈਐ ਪੜ੍ਹੀਐ ਹੈ ਸਿਮਰਤ ਪਾਠ। ਅਗਰ ਕੋਈ ਬੋਲਾ ਹੈ, ਉਹਨੂੰ ਕੰਨਾਂ ਤੋਂ ਸੁਣਦਾ ਨਹੀਂ, ਤਾਂ ਉਹਦੇ ਕੋਲੇ ਸਿਮਰਤ ਪਾਠ, ਧਾਰਮਿਕ ਗ੍ਰੰਥਾਂ ਦਾ ਅਗਰ ਉਪਦੇਸ਼ ਉਹਨੂੰ ਸੁਣਾਇਆ ਜਾਵੇ ਤਾਂ ਕੀ ਉਹਦੇ 'ਤੇ ਅਸਰ ਹੋਏਗਾ? ਉਹਦੇ 'ਤੇ ਸੁਣਨ ਦੀ ਸ਼ਕਤੀ ਨਹੀਂ ਹੈ। ਤੇ ਜਿਹੜਾ ਮਨਮੁਖ ਸੁਭਾਅ ਹੈ ਨਾ, ਸੱਚ ਜਾਣਿਓ, ਉਸ ਸੁਭਾਅ ਵਿੱਚ ਵੀ ਸੁਣਨ ਦੀ ਸ਼ਕਤੀ ਨਹੀਂ ਹੈ। ਉਹ ਓਬਜ਼ਰਵ ਨਹੀਂ ਕਰੇਗਾ, ਕਿਉਂਕਿ ਉਹ ਸੁਣਨਾ ਹੀ ਨਹੀਂ ਚਾਹੁੰਦਾ। ਅਗਲੀ ਉਦਾਹਰਣ, ਅੰਧਾ ਚਾਨਣ ਰੱਖੀਐ ਦੀਵੇ ਵਲੈ 50। ਕੋਈ ਅੰਧਾ ਹੋਵੇ, ਅੱਖਾਂ ਤੋਂ ਜਿਹਨੂੰ ਦਿਸਦਾ ਨਹੀਂ, ਉਹਦੇ ਸਾਹਮਣੇ ਭਾਵੇਂ 50 ਦੀਵੇ ਬਾਲ ਦਿਓ, ਭਾਵੇਂ ਜਿੰਨੀਆਂ ਮਰਜ਼ੀ ਲਾਈਟਾਂ ਜਗਾ ਦਿਓ, ਉਹਦੇ 'ਤੇ ਕੋਈ ਅਸਰ ਨਹੀਂ ਪਏਗਾ। ਇੱਥੇ ਮੈਂ ਇੱਕ ਬੇਨਤੀ ਕਰਾਂ, ਧਰਮ, ਖਾਸ ਤੌਰ 'ਤੇ ਸਿੱਖ ਧਰਮ, ਸਾਡਾ ਨਾਮ ਹੈ ਸਿੱਖ ਲਰਨਰ, ਸਿੱਖਣ ਵਾਲਾ। ਅਸੀਂ ਗੁਰੂ ਪਾਤਸ਼ਾਹ ਨਾਲ ਰਿਸ਼ਤਾ ਸਿੱਖਣ ਵਾਲਾ ਬਣਾਉਣਾ ਹੈ। ਜਦੋਂ ਸਾਡੀ ਸਕੂਲਿੰਗ ਉਸ ਤਰ੍ਹਾਂ ਦੀ ਹੁੰਦੀ ਹੈ, ਸਾਨੂੰ ਸਮਝਾਇਆ ਹੀ ਉਸ ਤਰ੍ਹਾਂ ਜਾਂਦਾ ਹੈ, ਜਿਹਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ, ਉਹਨੂੰ ਮੰਗਾਂ ਮੰਗਣ 'ਤੇ ਲਾ ਦਿੱਤਾ। ਮੰਗਾਂ ਮੰਗਣ ਵਾਲਾ ਸੁਣਨਾ ਹੀ ਨਹੀਂ ਚਾਹੁੰਦਾ। ਮੈਂ ਇੱਕ ਉਦਾਹਰਨ ਦੇਵਾਂ, ਅਕਸਰ ਕਈ ਵਾਰੀ ਵਿਰਲੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਕੋਈ ਬੰਦਾ ਮੰਗ ਮੰਗਣ ਜਾਂਦਾ, ਜਿਸ ਤਰ੍ਹਾਂ ਦਾ ਅੱਜ ਅਸੀਂ ਸਿਸਟਮ ਬਣਾ ਚੁੱਕੇ ਹਾਂ ਗੁਰਦੁਆਰਿਆਂ ਵਿੱਚ, ਕਿ ਬੰਦਾ ਆਪਣੀ ਮੰਗ ਉੱਥੇ ਜਾਂ ਮੈਨੇਜਰ ਨੂੰ ਜਾਂ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਨੂੰ ਲਿਖ ਕੇ ਦੇ ਦਿੰਦਾ ਹੈ ਵੀ ਆਹ ਜੀ ਮੇਰੇ $20 $10 ਮੇਰੀ ਸੇਵਾ ਪਾ ਲਓ ਤੇ ਆਹ ਮੇਰੀ ਮੰਗ ਹੈ। ਹੁਣ ਹੋ ਸਕਦਾ ਹੈ, ਕਿਉਂਕਿ ਜਦੋਂ ਗ੍ਰੰਥੀ ਸਿੰਘ ਜਾਂ ਪ੍ਰਚਾਰਕ, ਉਹਨੇ ਆਪਣੀ ਪਰਫਾਰਮੈਂਸ ਜੋ ਵੀ ਉਹਦੀ ਸੇਵਾ ਹੈ ਕਥਾ ਕੀਰਤਨ ਕਰਨ ਦੀ, ਉਸ ਤੋਂ ਬਾਅਦ ਉਹਨੇ ਅਰਦਾਸ ਕਰਨ ਤੁਰਨਾ ਹੈ, ਹੋ ਸਕਦਾ ਹੈ ਉਹਨੂੰ ਪਰਚੀ ਫੜਾਉਣੀ ਭੁੱਲ ਗਿਆ ਹੋਵੇ, ਉਹ ਜਿਹਨੂੰ ਉਹ ਕਹਿ ਕੇ ਆਇਆ, ਮੈਨੇਜਰ ਜਾਂ ਉਹ ਬੰਦੇ ਜਿਹੜੇ ਉੱਥੇ ਪਰਚੀਆਂ ਕੱਟਣ 'ਤੇ ਬੈਠੇ ਨੇ, ਪੈਸੇ ਇਕੱਤਰ ਕਰਨ 'ਤੇ ਬੈਠੇ, ਜਾਂ ਤਾਂ ਉਹ ਪਰਚੀ ਫੜਾਉਣੀ ਭੁੱਲ ਗਿਆ, ਜਾਂ ਫਿਰ ਉਹਨੇ ਪਰਚੀ ਤਾਂ ਫੜਾਤੀ, ਕੰਨ 'ਚ ਕਹਿਤਾ ਵੀ ਆਹ ਫਲਾਣੇ ਬੰਦੇ ਦੀ ਅਰਦਾਸ ਹੈ, ਤੇ ਅਰਦਾਸ ਕਰਦਿਆਂ ਚਲੋ ਉਹਦਾ ਧਿਆਨ ਖਿੰਡ ਗਿਆ, ਨਹੀਂ ਬੋਲਿਆ ਗਿਆ, ਤਾਂ ਐਡੀ ਵੱਡੀ ਸ਼ਿਕਾਇਤ ਬਣਾ ਕੇ ਪੇਸ਼ ਕਰ ਦੇਗਾ, ਮੇਰੀ ਅਰਦਾਸ ਨਹੀਂ ਕੀਤੀ।
ਹੁਣ ਜੇ ਦੇਖਿਆ ਜਾਵੇ ਤਾਂ ਉੱਥੇ ਜਦੋਂ ਕਿਹਾ ਗਿਆ ਸੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਭਰੋਸਾ ਦਾਨ ਕਿਹਦੇ ਲਈ ਮੰਗਿਆ ਗਿਆ ਸੀ? ਵਿਵੇਕ ਦਾਨ। ਅਰਦਾਸ ਦੇ ਅੰਦਰ 14 ਮੰਗਾਂ ਮੰਗੀਆਂ ਗਈਆਂ ਸੀ। 5 ਮੰਗਾਂ 5ਵੇਂ ਪੈਰਾਗ੍ਰਾਫ ਦੇ ਅੰਦਰ, 7 ਮੰਗਾਂ 6ਵੇਂ ਪੈਰਾਗ੍ਰਾਫ ਦੇ ਅੰਦਰ, 2 ਮੰਗਾਂ 7ਵੇਂ ਪੈਰਾਗ੍ਰਾਫ ਦੇ ਅੰਦਰ, 14 ਮੰਗਾਂ ਮੰਗੀਆਂ ਗਈਆਂ ਸੀ। ਕਿਹਦੇ ਲਈ? ਕਿੰਨੀਆਂ ਕੀਮਤੀ ਸੀ। ਜਿਹੜੀ ਮੰਗ ਪਿੱਛੇ ਉਹ ਲੜਦਾ ਹੈਗਾ, ਸ਼ਿਕਾਇਤ ਕਰਦਾ ਹੈਗਾ, ਇਹਨੇ ਮੇਰੀ ਅਰਦਾਸ ਵਿੱਚ ਨਾਮ ਕਿਉਂ ਨਹੀਂ ਬੋਲਿਆ? ਹੁਣ ਉਹਦੀ ਮੰਗ ਤਾਂ ਛੋਟੀ ਜੀ ਹੈ। ਇਹ ਕਿੱਡੀਆਂ ਕੀਮਤੀ ਮੰਗਾਂ ਮੰਗੀਆਂ ਗਈਆਂ, ਪਹਿਲੀ ਗੱਲ। ਦੂਸਰੀ ਗੱਲ, ਹੁਣ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਸਾਗੈ ਕੀਚੈ ਅਰਦਾਸ, ਫਿਰ ਕੀ ਹੋ ਗਿਆ? ਪਰ ਨਹੀਂ, ਉਹ ਨਹੀਂ ਗੁਰੂ ਦੇ ਉਪਦੇਸ਼ ਸੁਣਨੇ ਚਾਹੁੰਦਾ ਆਖੋ ਵਾਹਿਗੁਰੂ। ਹੁਣ ਇਹ ਉਦਾਹਰਨਾਂ ਨੂੰ ਦੇਖਣਾ, ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ, ਉਹਦਾ ਮਨ ਬੋਲਾ ਹੋ ਗਿਆ। ਅੰਧਾ ਚਾਨਣ ਰੱਖੀਐ ਦੀਵੇ ਪਲੈ ਪਚਾਸ, ਉਹਦੇ ਮਨ ਦੇ ਅੰਦਰ ਸੋਜੀ ਦੀਆਂ ਅੱਖਾਂ ਨਹੀਂ ਇਹ ਸਭ ਕੁਝ ਦੇਖਣ ਦੀਆਂ, ਸਭ ਕੁਝ ਸਮਝਣ ਦੀਆਂ। ਆਦਤ ਕੈਸੀ ਬਣ ਗਈ? ਚੌਣੇ ਸੋਏ ਨਾ ਪਾਈਐ, ਚੁਣ ਚੁਣ ਖਾਵੈ ਘਾਸ। ਚੌਣਾ ਹੁੰਦਾ ਗਾਈਆਂ ਦਾ ਬੱਗ, ਗਾਈਆਂ ਇਕੱਠੀਆਂ ਕਰਕੇ ਚਾਰਨ ਜਾਂਦਾ ਗਵਾਲਾ, ਗੁੱਜਰ ਵੀ ਕਹਿ ਦਿੰਦੇ। ਉਹ ਜਿਹੜਾ ਬੱਗ ਹੈ, ਗਾਈਆਂ ਚੁਗ ਰਹੀਆਂ ਨੇ, ਉੱਥੇ ਤੁਸੀਂ ਸੋਨਾ ਖਿਲਾਰ ਦਿਓ ਉਹਨਾਂ ਗਾਈਆਂ ਦੇ ਅੱਗੇ, ਤੇ ਉਹਨਾਂ ਨੇ ਚੁਣ ਚੁਣ ਖਾਵੈ ਘਾਸ, ਉਹਨਾਂ ਨੇ ਘਾਹ ਹੀ ਖਾਣਾ ਹੈ। ਸੋਨੇ ਤੋਂ ਉਹਨਾਂ ਨੇ ਕੀ ਲੈਣਾ? ਮਨਮੁਖ ਸੁਭਾਅ, ਮਨਮੁਖ ਸੋਚ। ਉਹਨੇ ਗੁਰਮੁਖ ਸੁਭਾਅ ਦੇ ਉਪਦੇਸ਼ਾਂ ਤੋਂ ਲੈਣਾ ਹੀ ਕੀ ਹੈ? ਉਹਨੇ ਗੁਰਮਤ ਵਾਲੀ ਸੋਚ ਤੋਂ ਲੈਣਾ ਹੀ ਕੀ ਹੈ? ਉਹਦੀ ਰੁਚੀ ਹੋਈ ਨਹੀਂ ਉਧਰ, ਉਹ ਸੁਣਨੀ ਨਹੀਂ ਚਾਹੁੰਦਾ। ਲੋਹਾ ਮਾਰਨ ਪਾਈਐ, ਢਹੈ ਨਾ ਹੋਏ ਕਪਾਸ। ਕੈਸੀਆਂ ਉਦਾਹਰਨਾਂ ਸਤਿਗੁਰੂ ਜੀ ਚੁਗਦੇ ਨੇ। ਲੋਹਾ, ਉਹਦੇ 'ਚ ਮਸਾਲਾ ਪਾ ਕੇ ਉਹਦਾ ਕੁਸ਼ਤਾ ਬਣਾਇਆ ਜਾਵੇ ਤਾਂ ਉਹ ਕਦੀ ਵੀ ਢਹੈ ਨਾ ਹੋਏ ਕਪਾਸ। ਇੱਥੇ ਢਹੈ ਦੇ ਅਰਥ ਹੈ ਪਿੰਗਲਦਾ ਨਹੀਂ, ਉਹ ਪਿੰਗਲ ਕੇ ਕਪਾਹ ਵਾਂਗੂ ਨਰਮ ਨਹੀਂ ਬਣ ਸਕਦਾ। ਲੋਹਾ 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 ਹੀ ਰਹੇਗਾ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਸੁਭਾਅ ਦੇ ਪਿੱਛੇ, ਸੋਚ ਦੇ ਪਿੱਛੇ ਲੱਗਣ ਵਾਲਾ ਮਨ ਮੂਰਖ ਹੈ। ਉਹਦਾ ਇਹ ਗੁਣ ਹੈ, ਇਹ ਉਹਦੀ ਨਿਸ਼ਾਨੀ ਹੈ ਕਿ ਉਹਦੇ ਬੋਲ ਜਿਹੜੇ ਨੇ ਸਦਾ ਵਿਨਾਸ਼, ਉਹ ਖਿਲਾਰਾ ਪਾਉਣ ਵਾਲੇ, ਝਗੜਾ ਪੈਦਾ ਕਰਨ ਵਾਲੇ ਹੀ ਹੋਣਗੇ। ਕਿਉਂ? ਕਿਉਂਕਿ ਉਹਨੇ ਚੰਗੇ ਚੰਗੇ ਵਿਚਾਰ, ਚੰਗੀ ਚੰਗੀ ਸੋਚ, ਗੁਰੂ ਦੇ ਉਪਦੇਸ਼ ਆਪਣੇ ਅੰਦਰ ਰੱਖੇ ਹੀ ਨਹੀਂ। ਆਖੋ ਵਾਹਿਗੁਰੂ। ਸਾਨੂੰ ਐਸੇ ਪ੍ਰਚਾਰ ਦੀ ਲੋੜ ਹੈ ਜਿਸ ਨਾਲ ਹਲੂਣੇ ਮਿਲਣ, ਅਸੀਂ ਸਿੱਖਣ ਤੁਰੀਏ। ਤੇ ਸਾਡੇ ਕੋਲੇ ਬਾ ਕਮਾਲ ਖਜ਼ਾਨਾ ਹੈ ਗੁਰੂ ਸਾਹਿਬ ਦੀ ਗੁਰਬਾਣੀ ਸਿੱਖਣ ਵਾਸਤੇ। ਸਿੱਖਣਾ ਕੀ ਹੈ? 2 ਚੀਜ਼ਾਂ, ਸੁਭਾਅ ਨੂੰ ਸੰਵਾਰਨ ਲਈ, ਸੋਚ ਨੂੰ ਸੰਵਾਰਨ ਲਈ। ਜਿਸ ਦਿਨ ਸੋਚ ਬਦਲ ਗਈ, ਨਜ਼ਰੀਆ ਬਦਲ ਜਾਏਗਾ, ਸੁਭਾਅ ਬਦਲ ਗਿਆ, ਭਾਵਨਾ ਬਦਲ ਜਾਏਗੀ। ਜੇ ਨਜ਼ਰੀਆ ਮਨਮੁਖਾਂ ਵਾਲਾ ਹੈ ਤੇ ਭਾਵਨਾਵਾਂ ਮਨਮੁਖਾਂ ਵਾਲੀਆਂ ਨੇ, ਫਿਰ ਕੋਈ ਅਸਰ ਨਹੀਂ ਪਿਆ। ਮਹੱਲਾ ਪਹਿਲਾ, ਅਗਲਾ ਸ਼ਲੋਕ। ਕੈਹਾਂ ਕੰਚਨ ਟੁੱਟੈ ਸਾਰ। ਹੁਣ ਇਹਦਾ ਇਲਾਜ ਦੱਸ ਰਹੇ ਨੇ। ਜਿਵੇਂ ਸਤਿਗੁਰਾਂ ਨੇ ਕੁਦਰਤ ਵਿੱਚੋਂ ਉਦਾਹਰਨਾਂ ਲਈਆਂ ਵੀ ਇਦਾਂ ਹੋ ਰਿਹਾ ਹੈ, ਇਹਨੂੰ ਲਾਈਫ ਨਾਲ ਰੈਲੇਵੈਂਟ ਕਰਕੇ ਦੇਖੋ, ਸਾਡੀ ਸੋਚ ਸੁਭਾਅ ਵਿੱਚ ਇਦਾਂ ਹੁੰਦਾ ਹੈ। ਹੁਣ ਦੂਸਰੀਆਂ ਉਦਾਹਰਨਾਂ ਨੇ ਕਿ ਉੱਥੇ ਜੇ ਇਦਾਂ ਕੁਝ ਹੋ ਜਾਂਦਾ ਤਾਂ ਉਹਦਾ ਕੋਈ ਇਲਾਜ ਵੀ ਹੈ। ਇਹਦਾ ਮਤਲਬ ਤੇਰਾ ਵੀ ਇਲਾਜ ਹੋਏਗਾ। ਕੈਹਾਂ ਕੰਚਨ ਟੁੱਟੈ ਸਾਰ। ਇੱਥੇ 3 ਜਿਹੜੇ ਐਲੀਮੈਂਟਸ ਨੇ, 3 ਮੈਟਲਸ ਨੇ, ਉਹ ਦੱਸੇ ਗਏ ਨੇ। ਇੱਕ ਕਾਂਸੀ, ਇੱਕ ਸੋਨਾ, ਇੱਕ ਲੋਹਾ। ਸਾਰ ਲੋਹਾ। ਕੈਹਾਂ ਕਾਂਸੀ, ਕੰਚਨ ਸੋਨਾ, ਸਾਰ ਲੋਹਾ। ਅਗਰ ਇਹ ਟੁੱਟ ਜਾਂਦਾ ਹੈ, ਇਹਨਾਂ 'ਚ ਕੋਈ ਵੀ ਧਾਤ ਟੁੱਟ ਜਾਂਦੀ ਹੈ, ਸੋਨਾ ਟੁੱਟ ਗਿਆ, ਫਿਰ ਕਾਂਸੀ ਦਾ ਭਾਂਡਾ ਟੁੱਟ ਗਿਆ, ਲੋਹੇ ਦੀ ਕੋਈ ਚੀਜ਼ ਟੁੱਟ ਗਈ, ਅਗਨੀ ਗੰਢ ਪਾਏ ਲੋਹਾਰ, ਉਹਨੂੰ ਅੱਗ ਤੇ ਰੱਖਿਆ ਜਾਂਦਾ ਹੈ ਤੇ ਲੋਹਾਰ ਤੇ ਸੁਨਿਆਰ ਜਿਹੜਾ ਹੈ ਉਹ ਉਸ ਨੂੰ ਫਿਰ ਜੋੜ ਦਿੰਦੇ ਨੇ, ਉਹ ਜੁੜ ਜਾਂਦਾ। ਇਹਦਾ ਮਤਲਬ ਜੇ ਤੇਰਾ ਮਨ ਟੁੱਟਿਆ ਹੋਇਆ ਹੈ ਤਾਂ ਜੁੜ ਸਕਦਾ ਹੈ। ਸਤਿਗੁਰੂ ਜੀ ਉਹ ਤਰੀਕਾ ਲਾਸਟ ਤੇ ਦੱਸਣਗੇ। ਜੁੜ ਸਕਦਾ ਹੈ
ਜੇ ਜੋੜਨਾ ਚਾਹੁੰਦਾ ਹੋਵੇ ਆਖੋ ਵਾਹਿਗੁਰੂ। ਹੁਣ ਮੇਰੇ ਖਿਆਲ ਵਿੱਚ ਤੁਸੀਂ ਸਾਰੇ ਅਰਥਾਂ ਸਮੇਤ ਸਹਿਜ ਪਾਠ ਕਰਨ ਵਾਲੇ ਸਮਝ ਗਏ ਹੋਵੋਗੇ। ਜਦੋਂ ਮੰਗਾਂ ਤੇ ਹੀ ਐਂਫਾਸਾਈਜ਼ ਕੀਤਾ ਗਿਆ, ਮੰਗਾਂ ਮੰਗਣ ਤੇ ਹੀ ਧਰਮ ਖੜਾ ਦਿੱਤਾ ਗਿਆ, ਤੇ ਉਹ ਆਪਣੇ ਆਪ ਨੂੰ ਜੋੜਨ ਵਾਸਤੇ ਜਾਂ ਸਿੱਖਣ ਵਾਸਤੇ ਕਿੱਥੇ ਤੁਰੇਗਾ? ਬੇਸ ਹੀ ਗਲਤ ਬਣਾ ਦਿੱਤਾ ਜਿਹਦੇ ਚੋਂ ਕਰਮਕਾਂਡ ਨਿਕਲ ਰਿਹਾ। ਕਿੰਨੇ ਕੁ ਨੇ ਜਿਹੜੇ ਸਿੱਖਣ ਜਾ ਰਹੇ ਨੇ, ਜਦ ਕਿ ਹਰ ਇੱਕ ਨੇ ਸਿੱਖਣ ਜਾਣਾ ਸੀ। ਆਓ ਸਿੱਖੀਏ ਅਗਲੀ ਉਦਾਹਰਣ। ਸਤਿਗੁਰੂ ਜੀ ਕਹਿੰਦੇ ਅਗਲੀ ਉਦਾਹਰਣ ਹੈ ਗੋਰੀ ਸੇਤੀ ਟੁੱਟੈ ਪਤਾਰ। ਪਤਾਰ ਪਤੀ, ਗੋਰੀ ਪਤਨੀ ਔਰਤ। ਪਤੀ ਤੇ ਪਤਨੀ ਦੇ ਵਿੱਚ ਕਦੀ ਨਾ ਕਦੀ ਨੋਕ ਝੋਕ ਹੋ ਹੀ ਜਾਂਦੀ ਹੈ, ਗੁੱਸਾ ਗਿਲਾ ਹੋ ਹੀ ਜਾਂਦਾ ਹੈ। ਟੁੱਟੈ, ਇੱਕ ਦੂਸਰੇ ਤੋਂ ਰੁੱਸ ਜਾਂਦੇ ਨੇ। ਪੁੱਤੀ ਗੰਢ ਪਵੈ ਸੰਸਾਰ। ਫਿਰ ਉਹ ਆਪਣੇ ਪੁੱਤਰਾਂ ਧੀਆਂ ਨੂੰ ਸੋਚ ਕੇ ਫਿਰ ਉਹਨਾਂ ਦਾ ਆਪਸੀ ਬੋਲ ਬੁਲਾਰਾ ਹੋ ਜਾਂਦਾ ਹੈ, ਬੱਚਿਆਂ ਤੇ ਬੁਰਾ ਅਸਰ ਪੈ ਰਿਹਾ। ਜਾਂ ਕਈ ਵਾਰੀ ਐਸਾ ਵੀ ਹੁੰਦਾ ਹੈ, ਜੇ ਪਤੀ ਪਤਨੀ, ਵੈਸੇ ਇਹਨਾਂ ਦੇਸ਼ਾਂ ਵਿੱਚ ਤਾਂ ਨਹੀਂ, ਜੇ ਕੋਈ ਇਹਨਾਂ ਦੇਸ਼ਾਂ ਵਿੱਚ ਵੀ ਫਿਜ਼ੀਕਲੀ ਅਬਿਊਜ਼ਡ ਕਰ ਰਿਹਾ ਪਤਨੀ ਤੇ ਇੱਦਾਂ ਪਤਨੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਫਿਰ ਉਹਦੀ ਸੋਚ ਕੋਈ ਡਿਵੈਲਪ ਨਹੀਂ ਹੋਈ, ਡਿਵੈਲਪ ਕੰਟਰੀ ਵਿੱਚ ਆ ਕੇ ਵੀ ਡਿਵੈਲਪ ਨਹੀਂ ਹੋਈ। ਤਾਂ ਉਹਨੂੰ ਆਪਣੀ ਸੋਚ ਗੁਰੂ ਦੇ ਉਪਦੇਸ਼ਾਂ ਰਾਹੀਂ ਪਰਖਣੀ ਪਵੇਗੀ। ਉਹਦਾ ਸੁਭਾਅ ਡਿਵੈਲਪ ਨਹੀਂ ਹੋਇਆ, ਉਹਨੂੰ ਆਪਣੇ ਸੁਭਾਅ ਦੀ ਪੜਚੋਲ ਗੁਰਬਾਣੀ ਦੇ ਉਪਦੇਸ਼ਾਂ ਚੋਂ ਕਰਨੀ ਪਵੇਗੀ। ਪਰ ਫਿਰ ਵੀ ਜੇ ਕਿਤੇ ਪਤੀ ਪਤਨੀ ਦਾ ਆਪਸ ਵਿੱਚ ਰੋਸਾ ਹੁੰਦਾ ਹੈ, ਜਾਂ ਤਾਂ ਬੱਚੇ ਵਿੱਚ ਪੈ ਜਾਂਦੇ ਨੇ, ਬੱਚੇ ਵੱਡੇ ਹੁੰਦੇ ਨੇ ਤੇ ਉਹ ਮੰਮੀ ਨੂੰ ਕਹਿੰਦੇ ਨੇ ਮੰਮੀ ਤੂੰ ਚੁੱਪ ਕਰ, ਡੈਡੀ ਨੂੰ ਕਹਿੰਦੇ ਡੈਡੀ ਤੂੰ ਚੁੱਪ ਕਰ। ਥੋੜੇ ਹੋਰ ਵੱਡੇ ਹੋਣ ਤੇ ਫਿਰ ਉਹ ਝਿੜਕ ਵੀ ਦਿੰਦੇ ਨੇ, ਪਤੀ ਡੈਡੀ ਤੂੰ ਕਰਦਾ ਕੀ ਪਿਆ, ਖਬਰਦਾਰ ਜੇ ਇਦਾਂ ਕੀਤਾ ਹੈ। ਕਦੀ ਐਸਾ ਵੀ ਹੋ ਸਕਦਾ ਹੈ ਕਿ ਪੁੱਤਰ ਜਾਂ ਧੀ ਫਿਰ ਕਹਿ ਦੇਣ ਅਸੀਂ 911 ਕਰਾਂਗੇ ਜੇ ਤੂੰ ਇਦਾਂ ਕਰੇਗਾ, ਘਰ ਦਾ ਮਾਹੌਲ ਖਰਾਬ ਕਰੇਗਾ। ਯਾਨੀ ਕਿਸੇ ਵੀ ਕਾਰਨ ਪਤੀ ਪਤਨੀ ਦੇ ਰੋਸੇ ਵਿੱਚ ਬੱਚਿਆਂ ਦਾ ਰੋਲ ਹੁੰਦਾ ਹੈ। ਬੱਚਿਆਂ ਦਾ ਰੋਲ ਉਹਨਾਂ ਨੂੰ ਆਪਸ ਵਿੱਚ ਫਿਰ ਗੰਢ ਦਿੰਦਾ ਆਖੋ ਵਾਹਿਗੁਰੂ। ਇਹਦਾ ਮਤਲਬ ਕੋਈ ਜਿੱਥੇ ਟੁੱਟਦਾ ਏ ਉੱਥੇ ਗੰਢਣ ਵਾਲਾ ਕੋਈ ਤੀਸਰਾ ਹੁੰਦਾ ਹੈ ਆਖੋ ਵਾਹਿਗੁਰੂ। ਮਨਮੁਖ ਨੂੰ ਰੱਬ ਦੇ ਨਾਲ ਗੰਢਣ ਵਾਲਾ ਕੌਣ ਹੈ? ਗੁਰੂ ਸਾਹਿਬ ਆਖੋ ਵਾਹਿਗੁਰੂ। ਇੱਕ ਉਦਾਹਰਣ ਹੋਰ ਦੇ ਰਹੇ ਨੇ, ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜਾ ਟੈਕਸ ਮੰਗਦਾ ਹੈ ਤੇ ਮਨੁੱਖ ਦੇ ਨਹੀਂ ਰਿਹਾ, ਤਾਂ ਹੁਣ ਇਹ ਗੰਢ ਕਿਵੇਂ ਪਵੇਗੀ? ਇਹ ਦਿੱਤਿਆਂ ਹੀ ਪਵੇਗੀ। ਦਿੱਤਾ ਗੰਢ ਪਾਏ, ਦਿੱਤੇ ਹੀ ਮਸਲਾ ਹੱਲ ਹੋਏਗਾ। ਭੁੱਖਿਆਂ ਗੰਢ ਪਵੈ ਜਾਂ ਖਾਏ, ਭੁੱਖਾ ਹੈ ਤਾਂ ਉਹ ਤਾਂ ਫੇਰ ਹੀ ਰੱਜੇਗਾ ਜੇ ਉਸ ਨੂੰ ਕੁਝ ਖਾਣ ਨੂੰ ਦਿੱਤਾ ਜਾਏਗਾ। ਕਾਲਾ ਗੰਢ ਨਦੀਆਂ ਮੀਂਹ ਝੋਲ। ਕਾਲਾ ਇੱਥੇ ਕਾਲ ਪਿਆ ਹੁੰਦਾ ਹੈ, ਕਾਲ ਪੈ ਗਿਆ, ਬਾਰਿਸ਼ ਨਹੀਂ ਹੋਈ। ਤਦ ਹੀ ਹੋਏਗਾ ਜੇ ਜ਼ੋਰਾਂ ਦੀ ਬਾਰਿਸ਼ ਪੈ ਜਾਵੇ ਤੇ ਨਦੀਆਂ ਜਿਹੜੀਆਂ ਨੇ ਪਾਣੀ ਨਾਲ ਭਰ ਜਾਣ। ਇਸੇ ਤਰ੍ਹਾਂ ਗੰਢ ਪ੍ਰੀਤੀ ਮਿੱਠੇ ਬੋਲ, ਜਿਹਦੇ ਬੋਲ ਮਿੱਠੇ ਹੁੰਦੇ ਨੇ। ਮਿੱਠੇ ਬੋਲਾਂ ਦੀ 3 ਨਿਸ਼ਾਨੀਆਂ ਸਮਝ ਲੈਣੀਆਂ। ਜਿਹੜੇ ਸਬਜੈਕਟ ਗੁਰੂ ਨਾਲ, ਰੱਬ ਨਾਲ ਸੰਬੰਧਿਤ ਹੁੰਦੇ ਨੇ, ਉਹ ਸਬਜੈਕਟ ਦੀ ਜਿਹੜੀ ਡਿਸਕਸ਼ਨ ਹੁੰਦੀ ਹੈ ਉਹ ਮਿੱਠੇ ਬੋਲਾਂ ਦੀ ਹੁੰਦੀ ਹੈ ਆਖੋ। ਮਿੱਠੇ ਬੋਲ ਹੁੰਦੇ ਨੇ। ਨੰਬਰ 2, ਜਿਸ ਸਬਜੈਕਟ ਦਾ ਲੈਵਲ ਉੱਚਾ ਹੋਏਗਾ, ਸੁਲਝਿਆ ਹੋਇਆ ਸਬਜੈਕਟ ਹੋਏਗਾ, ਇੰਪੋਰਟੈਂਟ ਸਬਜੈਕਟ ਹੋਏਗਾ, ਉਹ ਨੈਚੁਰਲੀ ਮਿੱਠੇ ਬੋਲ ਹੋਣਗੇ। ਤੀਸਰਾ, ਜਿਹਦੀ ਸ਼ਬਦਾਵਲੀ ਸੁਲਝੀ ਹੋਈ ਹੋਏਗੀ, ਜਿਹਦੇ ਅੰਦਰ ਚੇਤਨਾ ਹੈ ਕਿ ਮੈਂ ਆਪਣੇ ਵਿਰੋਧੀ ਬਾਰੇ ਵੀ ਸ਼ਬਦ ਵਰਤਣੇ ਨੇ, ਬੜੇ ਤੁਲਮੇ ਮਿਣਵੇਂ ਵਰਤਣੇ ਨੇ, ਆਪਣੇ ਬੋਲਾਂ ਤੇ ਜ਼ੁਬਾਨ ਤੇ ਕੰਟਰੋਲ ਹੈ, ਉਹ ਵੀ ਬੋਲ ਮਿੱਠੇ ਹੁੰਦੇ ਨੇ ਆਖੋ। ਇਹ ਸਾਰਾ ਕੁਝ ਤਦ ਹੀ ਨਿਕਲਦਾ ਜੇ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਅੰਦਰ ਸਬਰ ਸੰਤੋਖ ਹੋਵੇ, ਅੰਦਰ ਸਹਿਜ ਹੋਵੇ, ਅੰਦਰ ਚੇਤਨਾ ਹੋਵੇ। ਜੋ ਕੁਝ ਗੁਰੂ ਸਾਹਿਬ ਉਪਦੇਸ਼ਾਂ ਰਾਹੀਂ ਦੇਣਾ ਚਾਹੁੰਦੇ ਨੇ ਉਹਦੇ ਵਿੱਚੋਂ ਹੀ ਹੋ ਸਕਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹਦਾ ਮਤਲਬ ਜੇ ਰਿਸ਼ਤਿਆਂ ਨੂੰ ਜੋੜਨ ਵਾਸਤੇ ਮਿੱਠੇ ਬੋਲ ਕੰਮ ਕਰਦੇ ਨੇ, ਵੇਦਾਂ ਗੰਢ ਬੋਲੇ ਸੱਚ ਕੋਏ। ਵੇਦਾਂ ਦੇ ਇੱਥੇ ਇਸ਼ਾਰਾ ਹੈ ਧਾਰਮਿਕ ਗ੍ਰੰਥ। ਧਾਰਮਿਕ ਗ੍ਰੰਥ ਕੋਈ ਪੜ੍ਹਦਾ ਹੈ
ਤਾਂ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਨਾਲ ਸਾਂਝ ਤਾਂ ਹੀ ਪਵੇਗੀ ਜੇ ਤੇਰੇ ਅੰਦਰ ਉਹਨਾਂ ਉਪਦੇਸ਼ਾਂ ਵਿੱਚ ਦੱਸਿਆ ਹੋਇਆ ਸੱਚ ਆਏਗਾ, ਉਹ ਗੁਣ ਆਉਣਗੇ। ਉਹਨਾਂ ਗੁਣਾਂ ਵਿੱਚੋਂ ਤੂੰ ਜੀਵਨ ਜਿਉਏਂਗਾ, ਉਹਨਾਂ ਗੁਣਾਂ ਰਾਹੀਂ ਤੇਰਾ ਸੁਭਾਅ ਗੁਰਮੁਖ ਬਣੇਗਾ ਤੇ ਤੇਰੀ ਸੋਚ ਗੁਰਮਤਿ ਵਾਲੀ ਬਣੇਗੀ। ਤਾਂ ਹੀ ਧਾਰਮਿਕ ਗ੍ਰੰਥਾਂ ਨਾਲ ਤੇਰਾ ਅਸਲੀ ਮਿਲਾਪ ਹੈ। ਮੋਇਆਂ ਗੰਢ ਨੇਕੀ ਸੱਤ ਹੋਏ, ਆਹ ਇੱਕ ਹੋਰ ਕਮਾਲ ਦੀ ਚੀਜ਼ ਦੇ ਦਿੱਤੀ। ਮਰਨ ਤੋਂ ਬਾਅਦ ਲੋਕਾਂ ਦੇ ਮਨਾਂ ਤੋਂ ਹਰ ਕੋਈ ਉਤਰ ਜਾਂਦਾ ਹੈ। 5-6 ਮਹੀਨਿਆਂ ਬਾਅਦ ਸਭ ਭੁੱਲ ਭੱਲ ਜਾਂਦੇ ਨੇ, ਕੌਣ ਸੀ, ਆਇਆ ਸੀ, ਠੀਕ ਹੈ ਜੀ, ਚਲਿਆ ਗਿਆ। ਪਰ ਜੇ ਮਰਨ ਤੋਂ ਬਾਅਦ ਵੀ ਕਿਸੇ ਦੇ ਦਿਲ ਔਰ ਦਿਮਾਗ ਤੇ ਕੋਈ ਛਾ ਜਾਂਦਾ ਹੈ, ਲੋਕ ਉਹਦੀ ਮਰਨ ਤੋਂ ਬਾਅਦ ਵੀ ਚਰਚਾ ਕਰਦੇ ਨੇ, ਤਾਂ ਦੋ ਹੀ ਕਾਰਨਾਂ ਕਰਕੇ ਕਰਦੇ ਨੇ, ਨੇਕੀ ਸੱਤ। ਉਹਨੇ ਚੰਗੇ ਕਰਮ ਕੀਤੇ ਹੁੰਦੇ ਨੇ ਤੇ ਸੱਤ ਇਸ਼ਾਰਾ ਹੈ, ਉਹਨੇ ਲੋਕਾਂ ਦੇ ਭਲੇ ਲਈ ਕੰਮ ਕੀਤੇ ਹੁੰਦੇ ਨੇ। ਉਹਨਾਂ ਦੀ ਮਰਨ ਤੋਂ ਬਾਅਦ ਵੀ ਇਹ ਸਾਂਝ ਬਣੀ ਰਹਿੰਦੀ ਹੈ ਲੋਕਾਂ ਦੀ ਜ਼ੁਬਾਨ ਤੇ। ਏਤ ਗੰਢ ਵਰਤੈ ਸੰਸਾਰ। ਇਸ ਤਰ੍ਹਾਂ ਦੇ ਮਿਲਾਪ ਦੇ, ਟੁੱਟਣ ਦੇ, ਗੰਢਣ ਦੇ ਵਰਤਾਰੇ ਸੰਸਾਰ ਵਿੱਚ ਵਰਤਦੇ ਨੇ। ਮੂਰਖ ਗੰਢ ਪਵੈ ਮੋਹ ਮਾਰ। ਮੂਰਖ ਜਿਹੜਾ ਹੈ, ਉਹਨੂੰ ਇੱਥੇ ਗੰਢ ਪਾਉਣ ਦੇ ਅਰਥ ਹੈ ਉਹਨੂੰ ਤਾਂ ਵਸ ਵਿੱਚ ਹੁੰਦਾ ਮੂਰਖ ਜੇ ਉਹਦੇ ਮੂੰਹ ਤੇ ਮਾਰ ਪਵੇ, ਆਖੋ ਵਾਹਿਗੁਰੂ। ਨਾਨਕ ਨਾਨਕ ਆਖੈ ਇਹ ਵਿਚਾਰ। ਨਾਨਕ ਜੀ ਇਹ ਵਿਚਾਰ ਆਖਦੇ ਨੇ, ਦੱਸ ਰਹੇ ਨੇ ਤੁਹਾਨੂੰ। ਸਿਫਤੀ ਗੰਢ ਪਵੈ ਦਰਬਾਰ। ਜੇ ਅਸੀਂ ਚਾਹੁੰਦੇ ਹਾਂ ਰੱਬ ਦੇ ਨਾਲ ਸਾਡੀ ਸਾਂਝ ਪਵੇ, ਪਹਿਲਾਂ ਤਾਂ ਗੁਰੂ ਦੇ ਉਪਦੇਸ਼ਾਂ ਰਾਹੀਂ ਜ਼ਿੰਦਗੀ 'ਚ ਗੁਣ ਆਉਣੇ ਚਾਹੀਦੇ। ਸੁਭਾਅ ਗੁਰਮੁਖ ਬਣੇਗਾ, ਸੋਚ ਗੁਰਮੁਖ ਬਣੇਗੀ। ਸਿਫਤ ਗੁਣ ਗਾਉਣ ਨੂੰ ਕਹਿੰਦੇ ਨੇ ਤੇ ਗੁਣ ਗਾਉਣ ਦੇ 3 ਤਰੀਕੇ ਨੇ। ਨੰਬਰ 1 ਗੁਣਾਂ ਨੂੰ ਵਰਤਣਾ ਤੇ ਰੱਬ ਦਾ ਸ਼ੁਕਰਾਨਾ ਕਰਨਾ, ਗੁਣ ਵਾਹਿਗੁਰੂ ਦੇ ਨੇ। ਨੰਬਰ 2 ਗੁਣਾਂ ਨਾਲ ਪਰਉਪਕਾਰ ਕਰਨਾ, ਸ਼ੁਕਰਾਨਾ ਕਰਨਾ ਕਿ ਪਰਉਪਕਾਰ ਕਰਨ ਦੀ ਬਿਰਤੀ ਲਗਨ ਵਾਹਿਗੁਰੂ ਦੀ ਦਿੱਤੀ ਹੈ। ਤੀਸਰੀ ਗੁਣਾਂ ਦੀ, ਰੱਬੀ ਮਾਰਗ ਦੀ, ਗੁਰੂ ਦੇ ਮਾਰਗ ਦੀ ਵਿਚਾਰਾਂ ਕਰਨੀਆਂ, ਡਿਸਕਸ਼ਨ ਕਰਨੀ, ਇਸ ਭਾਵਨਾ ਨਾਲ ਕਰਨੀ ਕਿ ਮੈਂ ਸਿੱਖਣਾ ਹੈ ਤੇ ਜਿਤਨਾ ਕੁ ਪਤਾ ਹੈ ਉਹ ਵੰਡਣਾ ਹੈ। ਇਹ 3 ਤਰੀਕੇ ਨੇ ਉਹਦੀ ਸਿਫਤ ਕਰਨ ਦੇ। ਇਹਦੇ ਨਾਲ ਜਿਹੜੀ ਸਾਂਝ ਹੈ ਉਹ ਵਾਹਿਗੁਰੂ ਜੀ ਦੇ ਨਾਲ ਗੂੜੀ ਪੈਂਦੀ ਹੈ। ਪੌੜੀ, ਇਸ ਸ਼ਲੋਕ ਤੋਂ ਬਾਅਦ ਪੌੜੀ ਹੈ। ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ। ਵਾਹਿਗੁਰੂ ਜੀ ਨੇ ਇਹ ਸਾਰਾ ਯੂਨੀਵਰਸ ਪੈਦਾ ਕੀਤਾ, ਉਹਨੇ ਆਪਣੀਆਂ ਸ਼ਕਤੀਆਂ ਰੱਖ ਦਿੱਤੀਆਂ, ਫਿਰ ਇਸ ਸ਼ਕਤੀਆਂ ਦੇ ਵਿੱਚ ਨਿਯਮ ਰੱਖ ਦਿੱਤਾ। ਉਸ ਨਿਯਮ ਅਨੁਸਾਰ ਹੀ ਸਾਰਾ ਕੁਝ ਪਰਖਿਆ ਵਿਚਾਰਿਆ ਜਾਂਦਾ ਹੈ ਤੇ ਉਸ ਮੁਤਾਬਕ ਹੀ ਜੀਵਨ ਦੀ ਧਾਰਾ ਤੁਰ ਪੈਂਦੀ ਹੈ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਅਗਰ ਕੋਈ ਰੱਬੀ ਮਾਰਗ ਤੋਂ ਟੁੱਟਿਆ, ਮਨਮੁਖਤਾਈ ਦਾ ਜੀਵਨ ਜਿਉਂਦਾ ਹੈ, ਤਾਂ ਉਹਦੇ ਸੁਭਾਅ ਵਿੱਚ, ਸੋਚ ਵਿੱਚ ਕਿਤੇ ਨਾ ਕਿਤੇ ਖੋਟਾਪਣ ਹੈ, ਜਿਸ ਕਰਕੇ ਰੱਬ ਦੇ ਨਿਯਮ ਨੇ ਉਹਨੂੰ ਇੱਧਰ ਉਲਝਾਇਆ ਹੋਇਆ। ਅਗਰ ਕੋਈ ਜੁੜਿਆ ਹੋਇਆ ਹੈ, ਰੱਬੀ ਮਾਰਗ ਤੇ ਪ੍ਰੈਕਟੀਕਲ ਤੁਰ ਰਿਹਾ ਹੈ, ਉਹਦੇ ਜੀਵਨ 'ਚ ਰੱਬੀ ਮਾਰਗ ਦੀਆਂ, ਗੁਰੂ ਦੇ ਮਾਰਗ ਦੀਆਂ ਝਲਕਾਂ ਨੇ, ਤੇ ਉਹਦੇ ਸੋਚ ਤੇ ਸੁਭਾਅ ਵਿੱਚ ਕੁਛ ਨਾ ਕੁਛ ਖਰਾਪਣ ਹੈ, ਤਾਂ ਹੀ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ, ਇੱਧਰ ਤੋਰਦੇ ਨੇ। ਇਹ ਗੱਲ ਵੱਖਰੀ ਹੈ। ਜਿਹਦੇ ਨਾਲ ਨਫ਼ਰਤ ਹੋਵੇ, ਜੈਲਸ ਹੋਵੇ ਨਾ, ਉਹਦੇ ਚੰਗੇਪਣ ਦਿਸਦੇ ਨਹੀਂ। ਇਹ ਮਨ ਦੀਆਂ, ਦੇਖਣ ਦੀਆਂ ਅੱਖਾਂ ਦੇ ਉੱਪਰ ਪੱਟੀ ਵੱਜ ਜਾਂਦੀ ਹੈ। ਪਰ ਜੇ ਕੋਈ ਨਿਊਟਰਲ ਹੋ ਕੇ ਦੇਖਦਾ ਹੈ, ਇਹ ਝਲਕਾਂ ਪਤਾ ਲੱਗ ਜਾਂਦੀਆਂ ਨੇ। ਬਹੁਤ ਐਸੇ ਕੰਮ ਨੇ ਜਿਹੜੇ ਬਖਸ਼ਿਸ਼ ਤੋਂ ਬਿਨਾਂ ਕਤੀ ਨਹੀਂ ਹੋ ਸਕਦੇ। ਮਨੁੱਖ ਐਵੇਂ ਭੁਲੇਖੇ 'ਚ ਹੁੰਦਾ, ਮੇਰੇ ਕੋਲ ਬਹੁਤ ਸਾਰਾ ਪੈਸਾ ਆ ਜਾਏਗਾ, ਫਿਰ ਮੈਂ ਇਹ ਪਰਉਪਕਾਰ ਕਰਾਂਗਾ। ਨਹੀਂ, ਤੇਰਾ ਭੁਲੇਖਾ ਹੈ। ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦੇ। ਬਖਸ਼ਿਸ਼ ਹੋਵੇ ਤਾਂ ਗਰੀਬੀ 'ਚ ਵੀ ਹੋ ਜਾਂਦੇ ਨੇ, ਵਿਘਨ ਰੁਕਾਵਟਾਂ ਵਿੱਚ ਵੀ ਪਰਉਪਕਾਰ ਹੋ ਜਾਂਦੇ ਨੇ। ਇਹ ਤਾਂ ਵਾਹਿਗੁਰੂ ਜੀ ਦੀ ਖੇਲ ਹੈ। ਵਾਹਿਗੁਰੂ ਜੀ ਨੇ ਸੋਚ ਸੁਭਾਅ ਪਰਖਣਾ ਹੈ। ਬੰਦਾ ਤਾਂ ਮੋਹ ਮਮਤਾ ਵਿੱਚ ਜਿਉਂਦਾ ਹੈ। ਜਿਹਦੇ ਨਾਲ ਜੈਲਸ ਨਫ਼ਰਤ ਕਰਦਾ ਹੈ, ਉਹਨੂੰ ਤੇ ਬੁਰਾ ਹੀ ਸਮਝਦਾ ਹੈ, ਉਹਦੇ ਚੰਗੇ ਕੰਮ ਪਰਉਪਕਾਰ ਨਹੀਂ ਦੇਖਦਾ। ਜਿਹਦੇ ਨਾਲ ਉਹਦੀ ਮਮਤਾ ਹੁੰਦੀ ਹੈ ਨਾ, ਮੋਹ ਹੁੰਦਾ ਹੈ, ਇਮੋਸ਼ਨਲ ਅਟੈਚਮੈਂਟ ਹੁੰਦੀ ਹੈ, ਉਹ ਭਾਵੇਂ ਲੱਖ ਮਾੜੇ ਕਰਮ ਕਰਦਾ ਹੋਵੇ, ਨਸ਼ੇ ਵੀ ਕਰਦਾ ਹੋਵੇ, ਉਹਨੂੰ ਚੰਗਾ ਹੀ ਲੱਗਦਾ ਹੁੰਦਾ, ਉਹਦਾ ਕੋਈ ਬੁਰਾ ਉਸਨੂੰ ਕਰਮ ਦਿਸਦਾ ਹੀ ਨਹੀਂ ਹੁੰਦਾ। ਇਹ ਤਾਂ ਮਨੁੱਖ ਦੀ ਦੇਖਣੀ ਤੇ ਫਰਕ ਹੈ। ਅਸਲੀ ਸਿਧਾਂਤ ਇਹ ਹੈ, ਜੋ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਖਰਾ ਹੈ, ਉਹ ਬਖਸ਼ਿਸ਼ ਲੈ ਜਾਂਦਾ ਹੈ। ਜੋ ਖੋਟਾ ਹੈ, ਉਹ ਮਨਮੁਖਤਾਈ ਦੀ ਭਟਕਣਾ ਵਿੱਚ ਉਲਝ ਜਾਂਦਾ ਹੈ। ਹਰੇ ਖਜ਼ਾਨਾ ਪਾਈਆਂ ਹੈ, ਖੋਟੇ ਸਟੀਆਂ ਵਾਰ ਵਾਰ।
ਵਾਹਿਗੁਰੂ ਜੀ ਨੇ ਜਿਹੜੇ ਖਰੇ ਸੁਭਾਅ ਨੇ, ਖਰੀ ਸੋਚ ਹੈ, ਉਹਨਾਂ ਨੂੰ ਰਹਿਮਤ ਦੇ ਖਜ਼ਾਨੇ 'ਚ ਪਾ ਕੇ ਬਖਸ਼ਿਸ਼ਾਂ ਦੇ ਦਿੰਦੇ ਨੇ। ਜਿਨ੍ਹਾਂ ਦੇ ਸੋਚ ਸੁਭਾਅ ਵਿੱਚ ਖੋਟ ਹੁੰਦਾ ਹੈ ਰੱਬ ਦੀਆਂ ਨਜ਼ਰਾਂ ਵਿੱਚ, ਫਿਰ ਉਹਨੂੰ ਮਨਮੁਖ ਬਣਾ ਕੇ ਭਟਕਣਾ ਵਿੱਚ ਸੁੱਟ ਦਿੰਦੇ ਨੇ। ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿਸ ਆਗੈ ਕਰੇ ਪੁਕਾਰ, ਕਿਸੇ ਆਗੈ ਕਰਹਿ ਪੁਕਾਰ। ਜਿਨ੍ਹਾਂ ਦੇ ਸੋਚ ਤੇ ਸੁਭਾਅ ਵਿੱਚ ਖੋਟਾਪਣ ਹੈ, ਕਮਜ਼ੋਰੀਆਂ, ਸੋਚ ਸੁੰਗੜੀ ਹੋਈ ਹੈ, ਸੁਭਾਅ ਸੁੰਗੜਿਆ ਹੋਇਆ ਹੈ। ਗੁਰਮੁਖ ਸੁਭਾਅ ਨਹੀਂ, ਮਨਮੁਖ ਸੁਭਾਅ ਹੈ। ਗੁਰਮਤ ਵਾਲੀ ਸੋਚ ਨਹੀਂ ਹੈ, ਮਨ ਦੇ ਪਿੱਛੇ ਲੱਗਣ ਵਾਲੀ ਸੋਚ ਹੈ। ਉਹਨਾਂ ਨੂੰ ਵਾਹਿਗੁਰੂ ਜੀ ਦੀ ਦਰਗਾਹ 'ਚੋਂ ਬਾਹਰ ਸੁੱਟਿਆ ਜਾਂਦਾ ਹੈ। ਭਾਵ ਭਟਕਣਾ ਵਿੱਚ ਜ਼ਿੰਦਗੀ ਜਿਉਂਦੇ ਨੇ, ਆਪਣੀ ਉਲਝਣ ਤਾਣੀ ਵਿੱਚ ਦੁਖੀ ਹੁੰਦੇ ਨੇ, ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਆਖੋ ਵਾਹਿਗੁਰੂ। ਸਤਿਗੁਰੂ ਕਹਿੰਦੇ ਇਹਦਾ ਇੱਕੋ ਇੱਕ ਇਲਾਜ ਹੈ ਪਿਆਰਿਓ, ਸਤਿਗੁਰ ਪਿੱਛੇ ਭੱਜ ਭਵੈ ਇਹਾ ਕਰਨੀ ਸਾਰ। ਗੁਰੂ ਸਾਹਿਬ ਕੀ ਕਹਿੰਦੇ ਨੇ? ਸੁਣ, ਉਸ ਵਿਚਾਰਧਾਰਾ ਦੇ ਪਿੱਛੇ ਜਿਉਂ। ਆਖੋ ਵਾਹਿਗੁਰੂ। ਉਹਨੂੰ ਫੋਲੋ ਕਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨਹਾਰ। ਫਿਰ ਗੁਰੂ ਦੀ ਆਵਾਜ਼, ਮੇਰੇ ਗੁਰੂ ਸਾਹਿਬ ਦਾ ਸਤਿਗੁਰ ਸਰੂਪ ਖੋਟੇ ਸੁਭਾਅ ਨੂੰ ਖਰਾ ਬਣਾ ਦਿੰਦਾ। ਗੁਰੂ ਦੇ ਉਪਦੇਸ਼ਾਂ ਦੀਆਂ ਚੋਟਾਂ ਵੱਜਦੀਆਂ ਨੇ, ਤੀਰ ਵੱਜਦੇ ਨੇ, ਇਹ ਖੋਟੀ ਸੋਚ ਖਰੀ ਸੋਚ ਬਣ ਜਾਂਦੀ ਹੈ। ਪਰ ਉਪਦੇਸ਼ ਰਾਹੀਂ ਗੁਰੂ ਸਾਹਿਬ ਸਵਾਰਦੇ ਨੇ, ਸ਼ਬਦ ਸਵਾਰਨਹਾਰ। ਉਪਦੇਸ਼ ਰਾਹੀਂ ਸਵਾਰਨਹਾਰ ਨੇ ਗੁਰੂ ਸਾਹਿਬ। ਵਾਹਿਗੁਰੂ ਜੀ। ਸੱਚੀ ਦਰਗਾਹ ਮੰਨੀਐ, ਸੱਚੀ ਦਰਗਾਹ ਮੰਨੀਐਨ, ਗੁਰ ਕੈ ਪ੍ਰੇਮ ਪਿਆਰ। ਜਿਨ੍ਹਾਂ ਦਾ ਗੁਰ ਉਪਦੇਸ਼ ਦੇ ਨਾਲ ਗੂੜਾ ਪਿਆਰ ਪੈ ਜਾਂਦਾ ਹੈ, ਉਪਦੇਸ਼ ਨੂੰ ਮੰਨਦੇ ਨੇ, ਇਹ ਸੱਚੀ ਦਰਗਾਹ ਦੇ ਵਿੱਚ ਰੱਬ ਦੀਆਂ ਨਜ਼ਰਾਂ 'ਚ ਬਖਸ਼ਿਸ਼ ਦੇ ਪਾਤਰ ਸੁਭਾਅ ਹੁੰਦੇ ਨੇ। ਉਹ ਬਖਸ਼ਿਸ਼ ਦੇ ਪਾਤਰ ਸੋਚ ਹੁੰਦੀ ਹੈ, ਉਹ ਜੀਵਨ ਬਖਸ਼ਿਸ਼ ਦਾ ਪਾਤਰ ਹੁੰਦਾ ਹੈ। ਗਣਤ ਤਿਨਾਂ ਦੀ ਕੋ ਕਿਆ ਕਰੇ, ਜੋ ਆਪੇ ਬਖਸ਼ੇ ਆਪ ਬਖਸ਼ੇ ਕਰਤਾਰ। ਗਣਤ ਤਿਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਜਿਨ੍ਹਾਂ ਨੂੰ ਵਾਹਿਗੁਰੂ ਜੀ ਆਪ ਬਖਸ਼ਿਸ਼ ਦਿੰਦੇ ਨੇ, ਰੱਬੀ ਮਾਰਗ ਤੇ ਗੁਰੂ ਦੇ ਮਾਰਗ ਤੇ ਤੋਰਦੇ ਨੇ, ਪਰਉਪਕਾਰ ਦੇ ਮਿਸ਼ਨ ਤੇ ਤੁਰਦੇ ਨੇ। ਇੱਥੇ ਗਣਤ ਤਿੰਨਾਂ ਦੀ, ਗਣਤ ਦੇ ਅਰਥ ਹੈ ਲੋਕ ਜਿਹੜੀਆਂ ਗਿਣਤੀਆਂ ਮਿਣਤੀਆਂ ਕਰਦੇ ਨੇ। ਗਿਣਤੀਆਂ ਮਿਣਤੀਆਂ ਕੀ? ਉਹ ਆਪਣੇ ਸੁਭਾਅ, ਆਪਣੀ ਸੋਚ ਵਿੱਚੋਂ ਦੂਜੇ ਦੇ ਵਿੱਚੋਂ ਕਮਜ਼ੋਰੀਆਂ ਕਲਪਿਤ ਕਰਦੇ ਨੇ। ਇੱਕ ਤਾਂ ਨਿੰਦਾ ਕਰਦੇ ਨੇ, ਇਹਨੂੰ ਗਣਤ ਕਹਿੰਦੇ ਨੇ, ਨਿੰਦਾ ਕਰਦੇ ਨੇ। ਇੱਕ ਕੋਲੋਂ ਹੀ ਬਣਾ ਕੇ ਕਹਾਣੀਆਂ ਘੜ ਲੈਂਦੇ ਨੇ। ਆਖੋ ਵਾਹਿਗੁਰੂ। ਉਹਨੂੰ ਦੰਦ ਕਥਾ ਕਹਿੰਦੇ ਨੇ। ਗਣਤ ਦੇ ਅਰਥ ਹੈ ਦੰਦ ਕਥਾ ਤੇ ਨਿੰਦਾ ਕਰ ਕਰਕੇ ਜੋ ਮਰਜ਼ੀ ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ। ਪਰ ਜਿਹੜੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਨੇ, ਗਣਤ ਤਿੰਨਾਂ ਦੀ ਕੋ ਕਿਆ ਕਰੇ। ਉਹਨਾਂ ਦੀ ਗਣਤ ਕੀ ਕਰੇਗੀ? ਕੱਖ ਨਹੀਂ ਵਿਗਾੜ ਸਕਦੀ, ਕਿਉਂਕਿ ਰੱਬ ਦਾ ਨਿਜ਼ਮ, ਰੱਬ ਦੀਆਂ ਸ਼ਕਤੀਆਂ ਨਿੰਦਕ ਦੇ ਪੱਖ ਵਿੱਚ ਕਦੀ ਨਹੀਂ ਖੜਦੀਆਂ, ਕਿਉਂਕਿ ਇੱਕ ਅਟਲ ਸਿਧਾਂਤ ਹੈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸ਼ਲੋਕ ਮਹੱਲਾ ਪਹਿਲਾ, ਅਗਲਾ ਸ਼ਲੋਕ 13ਵੀਂ ਪੌੜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਸਾਡੇ ਅੰਦਰ ਹੰਕਾਰ ਨੂੰ ਤੋੜ ਕੇ ਨਿਮਰਤਾ ਪੈਦਾ ਕਰਨ ਵਾਸਤੇ ਤੀਨ ਸਾਹਮਣੇ ਪੇਸ਼ ਕਰਕੇ ਦਿਖਾ ਰਹੇ ਨੇ। ਹਮ ਜ਼ੇਰ ਜਿਮੀ ਦੁਨੀਆ ਪੀਰਾਂ ਮਸ਼ਾਇਕਾਂ ਰਾਇਆ। ਹਮ, ਹਮਾ, ਅਸੀਂ, ਆਪਾਂ। ਯਾਨੀ ਹਮਾਂ ਦੇ ਅਰਥ ਹੈ ਸਾਰੇ। ਹਮ, ਹਮਾ, ਹਮ ਸਾਰੇ। ਜ਼ੇਰ ਹੇਠਾਂ, ਜ਼ਿਮੀ ਜ਼ਮੀਨ ਦੇ। ਇੱਥੇ ਹਮ ਦਾ ਸੰਬੰਧ ਦੁਨੀਆ ਨਾਲ ਹੈ। ਹਮ ਦੁਨੀਆ, ਹਮਾ ਦੁਨੀਆ, ਸਾਰੀ ਦੁਨੀਆ ਅਖੀਰ ਧਰਤੀ ਦੇ ਹੇਠਾਂ ਆ ਜਾਂਦੀ ਹੈ ਮਰਨ ਤੋਂ ਬਾਅਦ। ਚਾਹੇ ਕੋਈ ਪੀਰ ਹੈ, ਚਾਹੇ ਕੋਈ ਸ਼ੇਖ ਹੈ, ਤੇ ਚਾਹੇ ਕੋਈ ਰਾਏ ਹੈ। ਮਸ਼ਾਇਕਾਂ, ਸ਼ੇਖ, ਰਾਇਆ, ਜਿਨ੍ਹਾਂ ਨੂੰ ਰਾਏ ਸਾਹਿਬ ਕਹਿੰਦੇ ਨੇ। ਮੇ ਰਬਦ ਬਾਦਸ਼ਾਹਾਂ ਅਫਜ਼ੂ ਖੁਦਾਏ। ਮੇ ਰਬਦ ਜਾਂਦਾ ਹੈ। ਹਰ ਕੋਈ ਇੱਥੋਂ ਦੁਨੀਆ ਤੋਂ ਇੱਕ ਦਿਨ ਖਤਮ ਹੋ ਕੇ ਚਲਾ ਜਾਂਦਾ ਹੈ। ਚਾਹੇ ਕੋਈ ਬਾਦਸ਼ਾਹ ਹੈ, ਹਰ ਇੱਕ ਨੇ ਚਲੇ ਜਾਣਾ। ਅਫਜ਼ੂ ਖੁਦਾਏ, ਇੱਕੋ ਇੱਕ ਸਦਾ ਰਹਿਣ ਵਾਲਾ, ਕਾਇਮ ਰਹਿਣ ਵਾਲਾ। ਅਫਜ਼ੂ, ਕਾਇਮ ਰਹਿਣ ਵਾਲਾ। ਸਦੀਵੀ ਕੌਣ ਹੈ? ਖੁਦਾਏ, ਖੁਦਾ ਵਾਹਿਗੁਰੂ ਜੀ। ਏਕ ਤੂ ਹੀ ਵਾਹਿਗੁਰੂ ਜੀ, ਇੱਕ ਤੂੰ ਹੀ ਹੋ, ਤੁਸੀਂ ਹੋ ਸਦਾ ਰਹਿਣ ਵਾਲੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਅਗਲਾ ਸ਼ਬਦ ਹੈ। ਨਾ ਦੇਵ ਦਾਨਵਾ ਨਰਾ,
ਨਾ ਕੋਈ ਦੇਵਤਾ, ਨਾ ਕੋਈ ਦੈਂਤ, ਨਾ ਕੋਈ ਮਨੁੱਖ। ਸਦਾ ਨਹੀਂ ਰਹਿਣ ਵਾਲਾ, ਸਭ ਜਾਣ ਵਾਲੇ ਨੇ। ਨਾ ਸਿੱਧ ਸਾਧਿਕਾ ਧਰਾ, ਸਿੱਧ ਜੋਗੀ ਸਾਧਨਾ ਕਰਨ ਵਾਲੇ, ਧਰਤੀ, ਇਹ ਕੋਈ ਵੀ ਇੱਥੇ ਕੁਛ ਵੀ ਸਦਾ ਨਹੀਂ ਰਹਿਣਾ। ਅਸਤ ਏਕ, ਦਿਗਰ ਕੋਈ, ਹੋਰ ਕੋਈ ਵੀ ਨਹੀਂ ਜਿਹੜਾ ਸਦਾ ਰਹੇ। ਇੱਕੋ ਇੱਕ ਵਾਹਿਗੁਰੂ ਜੀ ਹੈ ਸਦਾ ਰਹਿਣ ਵਾਲੇ। ਏਕ ਤੂਈ ਵਾਹਿਗੁਰੂ ਜੀ ਤੁਸੀਂ ਹੋ ਜੋ ਸਦਾ ਰਹਿਣ ਵਾਲੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਅਗਲਾ ਸ਼ਬਦ ਹੈ, ਸ਼ਲੋਕ ਹੈ। ਨਾ ਦਾਦੇ ਦੇ ਹੰਦ ਆਦਮੀ, ਦਾਦੇ ਦੇ ਹੰਦ ਹੁੰਦਾ ਹੈ ਲੋਕਾਂ ਨਾਲ ਇਨਸਾਫ ਕਰਨ ਵਾਲੇ, ਲੋਕਾਂ ਦੇ ਝਗੜੇ ਨਿਬੇੜਨ ਵਾਲੇ, ਉਹ ਵੀ ਨਹੀਂ ਇੱਥੇ ਰਹਿਣੇ, ਆਖੋ ਵਾਹਿਗੁਰੂ। ਨਾ ਸਪਤ ਸ਼ੇਰ ਜ਼ੇਰ ਜਿਮੀ, ਜਿਮੀ ਅਸਮਾਨ, ਆ ਵਾਹਿਗੁਰੂ, ਜਿਮੀ ਧਰਤੀ, ਸਪਤ ਜ਼ੇਰ 7 ਕੰਟੀਨੈਂਟਸ ਜਿਹੜੇ ਬਣਾਏ ਗਏ, 7 ਦੀਪ। ਨਾ ਕੋਈ ਦੀਪ ਰਹਿਣਾ ਹੈ, ਨਾ ਇਹ ਧਰਤੀ ਰਹਿਣੀ ਹੈ। ਅਸਤ ਏਕ ਦਿਗਰ ਕੋਈ, ਸਦਾ ਰਹਿਣ ਵਾਲੇ ਤੇ ਵਾਹਿਗੁਰੂ ਜੀ ਨੇ, ਉਹਨਾਂ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਏਕ ਤੂਈ ਵਾਹਿਗੁਰੂ ਜੀ ਤੁਸੀਂ ਹੋ ਸਦਾ ਰਹਿਣ ਵਾਲੇ। ਮਹੱਲਾ ਪਹਿਲਾ, ਅਗਲਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ। ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ। ਨਾ ਸੂਰ ਸੂਰਜ, ਨਾ ਸਸ ਚੰਦਰਮਾ, ਨਾ ਸੱਤ ਦੀਪ ਨਹਿ ਜਲੋ, ਨਾ ਪਾਣੀ ਸਮੁੰਦਰ, ਸਦੀਵੀ ਨਹੀਂ ਹੈ। ਅੰਨ ਪਾਉਣ ਥਿਰ ਨਾ ਕੋਈ, ਨਾ ਅੰਨ ਨਾ ਹਵਾ, ਕੋਈ ਵੀ ਸਦਾ ਰਹਿਣ ਵਾਲਾ ਨਹੀਂ। ਏਕ ਤੂਈ ਵਾਹਿਗੁਰੂ ਜੀ ਤੁਸੀਂ ਹੋ ਜੋ ਸਦਾ ਰਹਿਣ ਵਾਲੇ। ਆਹ, ਇਹਦਾ ਮਤਲਬ ਤੂੰ ਕਿੱਧਰ ਉਲਝ ਰਿਹਾ? ਮਨ ਨੂੰ ਕਹਿ ਰਹੇ ਨੇ ਤੂੰ ਉਲਝ ਕਿੱਧਰ ਰਿਹਾ? ਜੋ ਸਦੀਵੀ ਹੈ ਉਸ ਨਾਲ ਗੂੜਾ ਪਿਆਰ ਪਾ ਕੇ ਉਹਦੇ ਉਪਦੇਸ਼ਾਂ ਨੂੰ ਕਿਉਂ ਨਹੀਂ ਜਿਉਂਦਾ? ਇਹ ਹੁਲਾਰਾ ਹਲੂਣਾ ਦੇ ਰਹੇ ਨੇ, ਮਿੱਠਾ ਜਿਹਾ ਹਲੂਣਾ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਅਗਲਾ ਸ਼ਲੋਕ। ਇਸ ਪੌੜੀ ਨਾਲ ਵੱਧ ਸ਼ਲੋਕ ਨੇ ਬਾਕੀਆਂ ਨਾਲੋਂ। ਪਰੰਦਏ ਨਾ ਗਿਰਾ ਹਜ਼ਾਰ, ਦਰਖਤ ਆਬ ਆਸ ਕਰ, ਕਹਿੰਦੇ ਦੇਖ ਪੰਛੀਆਂ ਵੱਲ। ਪੰਛੀ ਜਿਹੜੇ ਨੇ ਉਹਨਾਂ ਨੂੰ ਨਾ ਉਹਨਾਂ ਕੋਲ ਕੋਈ ਘਰ ਹੈ, ਨਾ ਉਹਨਾਂ ਕੋਲ ਕੋਈ ਹੋਰ ਪੱਕਾ ਸਾਧਨ ਹੈ। ਦਰਖਤ ਆਬ ਆਸ ਕਰ, ਦਰਖਤ ਤੇ ਬੈਠਦੇ ਨੇ, ਰੱਬ ਤੇ ਇੱਕ ਆਸ ਹੈ, ਜੋ ਮਿਲਦਾ ਹੈ ਛਕ ਲੈਂਦੇ ਨੇ। ਦੇਹਾਂਦ ਸੂਈ, ਏਕ ਤੂਈ, ਉਹਨਾਂ ਨੂੰ ਕੌਣ ਦੇ ਰਿਹਾ? ਵਾਹਿਗੁਰੂ ਜੀ। ਉਹ ਆਪਣੇ ਸਬਰ ਸੰਤੋਖ ਵਿੱਚ ਜਿਉਂਦੇ ਨੇ। ਉਹ ਇੱਕੋ ਇੱਕ ਵਾਹਿਗੁਰੂ ਜੀ ਹੈ ਪਿਆਰਿਆ, ਤੂੰ ਵੀ ਜਿਉਣਾ ਸਿੱਖ ਲੈ। ਰੱਬੀ ਉਪਦੇਸ਼ਾਂ ਨੂੰ ਸੋਚ ਸੁਭਾਅ 'ਤੇ ਲਾਗੂ ਕਰ, ਸੋਚ ਸੁਭਾਅ ਨੂੰ ਸ਼ਿੰਗਾਰ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਇੱਕ ਹੋਰ ਸ਼ਲੋਕ ਹੈ। ਨਾਨਕ ਲਿਲਾਰ ਲਿਖਿਆ ਸੋਏ, ਤੇਰੇ ਸੁਭਾਅ ਵਿੱਚ ਜੋ ਤੇਰੀ ਵਿਚਾਰਧਾਰਾ ਲਿਖੀ ਗਈ ਹੈ, ਜੋ ਤੇਰੇ ਮਸਤਕ ਵਿੱਚ ਤੇਰੀ ਆਈਡੀਓਲੋਜੀ, ਤੇਰੀ ਸੋਚ ਲਿਖੀ ਗਈ ਹੈ, ਉਸ ਤਰ੍ਹਾਂ ਦਾ ਹੀ ਵਾਪਰਦਾ ਪਿਆਰਿਆ। ਮੇਟ ਨਾ ਸਕੈ ਕੋਏ, ਉਹਨੂੰ ਕੋਈ ਮੇਟ ਨਹੀਂ ਸਕਦਾ। ਕਲਾ ਧਰੈ ਹਿਰੈ ਸੋਈ, ਏਕ ਤੂਈ। ਗੁਰੂ ਨਾਲ ਜੁੜੇਗਾ, ਤੇਰੇ ਅੰਦਰ ਚੰਗੇ ਵਿਚਾਰਧਾਰਾ ਲਿਖੀ ਜਾਏਗੀ, ਚੰਗੀ ਸੋਚ ਲਿਖੀ ਜਾਏਗੀ। ਵਧੀਆ ਤੋਂ ਵਧੀਆ ਜਿਹੜੇ ਵਿਚਾਰਧਾਰਾ ਹੈ ਉਹ ਹੈ ਗੁਰਮੁਖ ਸੁਭਾਅ। ਹਾਈਐਸਟ ਲੈਵਲ ਦੀ ਜਿਹੜੀ ਚੰਗੀ ਸੋਚ ਹੈ ਉਹ ਹੈ ਗੁਰਮਤ ਵਾਲੀ ਸੋਚ, ਲਿਖੀ ਜਾਏਗੀ। ਫਿਰ ਵਾਹਿਗੁਰੂ ਜੀ ਦੀ ਕਲਾ ਵਾਪਰਨੀ। ਕਲਾ ਵਾਪਰਨੀ ਹੈ ਤੇ ਜ਼ਿੰਦਗੀ ਦੇ ਜਿਹੜੇ ਬੁਰਾਈਆਂ ਨੇ, ਕਮਜ਼ੋਰੀਆਂ ਨੇ, ਉਹ ਰੱਬ ਨੇ ਬਾਹਰ ਕੱਢ ਦੇਣੀਆਂ। ਉਹੀ ਵਾਹਿਗੁਰੂ ਜੀ ਤੁਸੀਂ ਹੀ ਹੋ ਸਭ ਵਰਤਾਰੇ ਵਰਤਾਉਣ ਵਾਲੇ। ਪੌੜੀ 13ਵੀਂ ਪੌੜੀ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਗੁਰਮੁਖ ਕੌਣ ਨੇ? ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਕੇ ਪ੍ਰੈਕਟੀਕਲ ਜਿਉਂਦੇ ਨੇ। ਉਹਨਾਂ ਨੇ ਵਾਹਿਗੁਰੂ ਜੀ ਦੇ ਨਿਜ਼ਮ ਨੂੰ, ਵਾਹਿਗੁਰੂ ਜੀ ਦੇ ਉਪਦੇਸ਼ਾਂ ਨੂੰ ਸਮਝਿਆ, ਜਾਣਿਆ, ਗੂੜੀ ਸਾਂਝ ਪਾਈ, ਪ੍ਰੈਕਟੀਕਲ ਮੰਨਿਆ। ਗੁਰਮਤਿ ਆਪ ਗਵਾਏ, ਸੱਚ ਪਛਾਣਿਆ। ਸੁਭਾਅ ਦਾ ਉਹ ਹਿੱਸਾ ਜਿਹੜਾ ਗੁਰੂ ਨਾਲ ਫਿੱਟ ਨਹੀਂ ਸੀ ਆਉਂਦਾ, ਐਵੇਂ ਉਹਦੇ ਤੇ ਮਾਣ ਕਰੀ ਜਾਂਦਾ ਸੀ ਮਨੁੱਖ। ਉਹ ਸੋਚ ਜਿਹੜੀ ਗੁਰੂ ਦੇ ਨਜ਼ਰੀਏ ਅਨੁਸਾਰ ਫਿੱਟ ਨਹੀਂ ਸੀ ਆਉਂਦੀ, ਐਵੇਂ ਮਾਣ ਕਰੀ ਜਾਂਦਾ ਸੀ। ਉਹ ਸੋਚ ਸੁਭਾਅ ਨੂੰ ਛੱਡ ਦਿੱਤਾ, ਇਹਨੂੰ ਕਹਿੰਦੇ ਆਪਾ ਗਵਾਉਣਾ।
ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ਾਂ ਨੂੰ ਮੰਨ ਕੇ ਸੱਚ ਨੂੰ ਪਛਾਣ ਲਿਆ, ਸੱਚ ਨਾਲ ਸਾਂਝ ਪਾ ਲਈ, ਅਸਲੀ ਜੀਵਨ ਕੀ ਹੁੰਦਾ ਸਮਝ ਆ ਗਈ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨੇ ਆ, ਫਿਰ ਤੇਰਾ ਦਰਬਾਰ ਸਦੀਵੀ ਹੈ। ਗੁਰੂ ਦੇ ਉਪਦੇਸ਼ ਨੂੰ ਜਦੋਂ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਿਆ ਨਾ, ਉਹ ਇੱਕ ਐਸੀ ਨਿਸ਼ਾਨੀ ਬਣ ਗਈ। ਰੱਬ ਦੇ ਦਰ ਤੇ ਰੱਬ ਦੇ ਪਿਆਰ ਨਿਭਾਉਣ ਵਾਸਤੇ ਉਹ ਇੱਕ ਆਇਡੈਂਟੀਟੀ ਕਾਰਡ ਬਣਦਾ ਹੈ। ਬੜਾ ਕਮਾਲ ਦੀ ਨਿਸ਼ਾਨੀ ਹੈ। ਭਾਵ ਬੜਾ ਸੌਖਾ ਨਿਭਦਾ ਹੈ, ਇਸ ਪਾਸੇ ਨਿਭਣਾ ਸੌਖਾ ਹੋ ਜਾਂਦਾ ਹੈ। ਸੱਚਾ ਸ਼ਬਦ ਵਿਚਾਰ ਸੱਚ ਸਮਾਇਆ। ਗੁਰੂ ਦਾ ਉਪਦੇਸ਼ ਸਦੀਵੀ ਰਹਿਣ ਵਾਲਾ ਹੈ। ਉਹਦੀ ਵਿਚਾਰ, ਉਹਦੀ ਸਿੱਖਿਆ, ਉਹਨੂੰ ਜ਼ਿੰਦਗੀ 'ਚ ਮੰਨ ਕੇ ਹੀ ਸੱਚ ਦੇ ਰਸ ਵਿੱਚ ਇਹ ਮਨ ਸਮਾ ਜਾਂਦਾ ਹੈ। ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ, ਗੁਰਮੁਖ ਬਣ ਜਾਂਦੇ ਨੇ। ਪਰ ਜਿਹੜੇ ਆਪਣੇ ਸੁਭਾਅ, ਆਪਣੀ ਸੋਚ ਨੂੰ ਮੂਹਰੇ ਰੱਖਦੇ ਨੇ, ਮਨਮੁਖ ਸਦਾ ਕੂੜਿਆਰ ਭਰਮ ਭੁਲਾਇਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੋਚ ਸੁਭਾਅ ਵਿੱਚ ਕੂੜ ਬੈਠਾ ਹੈ। ਕੂੜ ਕਰਕੇ ਉਹ ਭਰਮ ਵਿੱਚ, ਭੁਲੇਖਿਆਂ ਵਿੱਚ ਪਏ ਹੋਏ ਨੇ। ਵਿਸਟਾ ਅੰਦਰ ਵਾਸ ਸਾਧ ਨਾ ਜਾਣਿਆ। ਉਹ ਕੁਸੰਗੀ ਰਸਾਂ ਵਿੱਚ, ਪਸ਼ੂ ਪ੍ਰਵਿਰਤੀਆਂ ਦੀਆਂ ਬੁਰੀਆਂ ਆਦਤਾਂ ਦੇ ਰਸਾਂ ਦੇ ਵਿੱਚ, ਉਸ ਸਵਾਦ ਵਿੱਚ ਲੱਗੇ ਹੋਏ ਨੇ। ਅਸਲੀ ਜੀਵਨ ਉਹਨਾਂ ਨੇ ਜਾਣਿਆ ਨਹੀਂ ਤੇ ਅਸਲੀ ਰਸ ਸਵਾਦ ਨੂੰ ਨਹੀਂ ਜਾਣਿਆ। ਬਿਨ ਨਾਵੈ ਦੁੱਖ ਪਾਏ ਆਵਣ ਜਾਣਿਆ। ਅੰਦਰ ਉਹਨਾਂ ਦੇ ਆਵਣਾ ਜਾਵਣਾ ਭਟਕਣਾ ਪਈ ਹੈ। ਭਟਕਣਾ ਕਰਕੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਤੋਂ ਬਿਨਾਂ ਉਹ ਅੰਦਰੋਂ ਮਨਮੁਖਤਾਈ ਦੇ ਦੁੱਖ ਵਿੱਚ ਜਿਉਂਦੇ ਨੇ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਇਹ ਨਾਨਕ ਜੀ, ਆਪ ਵਾਹਿਗੁਰੂ ਜੀ ਪਾਰਖੂ ਨੇ। ਸਾਡੀ ਸੋਚ ਵਿੱਚ, ਸਾਡੇ ਸੁਭਾਅ ਵਿੱਚ ਕਿੱਥੇ ਕਿੱਥੇ ਖੋਟ ਹੈ, ਗੁਰੂ ਸਾਹਿਬ ਆਪੇ ਪਛਾਣ ਲੈਂਦੇ ਨੇ। ਗੁਰੂ ਦੇ ਉਪਦੇਸ਼ ਨੇ ਜਿੱਥੇ ਇੱਕੋ ਹੀ ਗੱਲ ਯਾਦ ਰੱਖਿਓ, ਜਿੱਥੇ ਸੋਚ ਸੁਭਾਅ ਵਿੱਚ ਖੋਟ ਹੋਏਗਾ ਨਾ, ਉੱਥੇ ਗੁਰੂ ਦਾ ਸ਼ਬਦ ਉਪਦੇਸ਼ ਚੋਟ ਬਣ ਕੇ ਵੱਜੇਗਾ, ਥੋੜਾ ਲੱਗੇਗਾ। ਬਸ ਫਿਰ ਜਦੋਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ, ਉਹ ਸੋਚ ਤੇ ਸੁਭਾਅ ਬਦਲ ਜਾਏਗੀ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਦਾਤ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ